ਦੋਸਤੋ ਵੇਲੇ ਦੀ ਗੱਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ। ਚੋਣਾਂ ਦਾ ਮੈਦਾਨ ਭਖਿਆ ਹੋਇਆ, ਪਰ ਅਸੀਂ ਅੱਜ ਇਸ 'ਚ ਗੱਲ ਕਰਾਂਗੇ ਕਿਸਾਨਾਂ ਦੀ, ਕਿਉਂਕਿ ਅੱਜ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਹੈ ਕਿ ਜਿਹੜੀ MSP ਬਾਰੇ ਕਮੇਟੀ ਹੈ ਉਹ ਚੋਣਾਂ ਤੋਂ ਬਾਅਦ ਬਣੂਗੀ। ਅਤੇ ਇਸ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਨਿਯੁਕਤ ਪੱਤਰਕਾਰ ਹਮੀਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਸ਼ੁਕਰੀਆ। ਇਹ ਚੋਣਾਂ ਤੋਂ ਬਾਅਦ ਕਮੇਟੀ ਬਣਾਉਣ ਦੀ ਕੀ ਤੁੱਕ ਹੈ? ਵੈਸੇ ਤਾਂ ਇਹ ਨਾਮ ਮੰਗ ਲਏ ਸੀ ਇਹਨਾਂ ਦੀ ਧਿਰ ਤੋਂ, ਤਾਂ ਕਿਸਾਨਾਂ ਦੀ ਧਿਰ ਤੋਂ ਉੱਥੇ ਬੈਠੇ ਹੋਏ ਜਦੋਂ ਫਾਈਨਲ ਹੋਇਆ ਇਹਨਾਂ ਦਾ ਐਗਰੀਮੈਂਟ ਹੋਇਆ, ਸਮਝੌਤਾ ਹੋਇਆ, ਕਿਉਂਕਿ 3 ਬਿੱਲ ਪਹਿਲਾਂ ਵਾਪਸ ਹੋ ਗਏ 19 ਨਵੰਬਰ ਨੂੰ ਪ੍ਰਧਾਨ ਮੰਤਰੀ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ 'ਤੇ ਕਹਿ ਤਾ ਕਿ ਵਾਪਸ ਕਰ ਰਿਹਾ। ਅਤੇ ਜਦੋਂ ਫਿਰ ਉਹ ਇਹ ਕਹਿਣ ਲੱਗੇ ਕਿ ਤੁਸੀਂ ਵਾਪਸ ਦਿਓ, ਤਾਂ ਕਿਸਾਨਾਂ ਨੇ ਇੱਕ ਸਟੈਂਡ ਲੈ ਲਿਆ ਕਿ ਨਹੀਂ, ਜਿੰਨਾ ਚਿਰ ਉਹ ਬਿੱਲ ਪਾਰਲੀਮੈਂਟ ਦੇ ਵਿੱਚ ਅਤੇ ਰਾਸ਼ਟਰਪਤੀ ਦੀ ਮੋਹਰ ਨਹੀਂ ਲੱਗ ਜਾਂਦੀ ਅਸੀਂ ਵਾਪਸ ਨਹੀਂ ਲੈਣਾ। ਅਤੇ ਬਾਕੀ ਦੇ ਮੁੱਦੇ ਵੀ ਨੇ, ਫਿਰ ਉਹ ਬਾਕੀ ਦੇ ਮੁੱਦਿਆਂ 'ਤੇ ਕਸਮਕਸ ਚੱਲੀ। ਅਸਲ ਦੇ ਵਿੱਚ ਉਹ ਸਾਰੇ ਮੁੱਦੇ ਵਿਚਾਰ ਕੇ ਜਿਹੜੇ 4 ਮੁੱਦੇ, ਬੁਨਿਆਦੀ ਮੁੱਦੇ, ਵੱਡੇ ਮੁੱਦੇ ਸੀਗੇ, ਜਿਹਦੇ 'ਚ MSP ਸਭ ਤੋਂ ਇੱਕ ਮਹੱਤਵਪੂਰਨ ਮੁੱਦਾ ਸੀ ਕਿ ਜਿਹੜੀਆਂ 25 ਫਸਲਾਂ ਨੇ 'ਚੋਂ 2 'ਤੇ ਤੁਸੀਂ ਘੱਟੋ ਘੱਟ ਸਮਰਥਨ ਮੁੱਲ ਦਿੰਦੇ ਹੋ ਅਤੇ ਉਹਦੀ ਖਰੀਦ ਦੀ ਗਰੰਟੀ ਵੀ ਕਰਦੇ ਹੋ। ਬਾਕੀ ਦਾ ਸਮਰਥਨ ਮੁੱਲ ਤਾਂ ਐਲਾਨਦੇ ਹੋ, ਪਰ ਉਹਦੇ 'ਤੇ ਖਰੀਦ ਦੀ ਗਰੰਟੀ ਨਹੀਂ ਕਰਦੇ। ਇਸ ਲਈ ਕਾਨੂੰਨੀ ਗਰੰਟੀ ਦੀ ਜ਼ਰੂਰਤ ਹੈ। ਉਹਦੇ 'ਤੇ ਗੌਰਮੈਂਟ ਨੇ ਕਿਹਾ ਸੀ ਵੀ ਆਪਾਂ ਸਾਂਝੀ ਕਮੇਟੀ ਬਣਾ ਦਿੰਦੇ ਹਾਂ, ਤੁਸੀਂ ਆਪਣੇ ਨੁਮਾਇੰਦੇ ਦੇ ਦਿਓ। ਇਹਨਾਂ ਨੇ 2 ਬੰਦੇ ਦਿੱਤੇ ਵੀ ਆਪਣੇ ਵੱਲੋਂ, ਬਲਬੀਰ ਸਿੰਘ ਰਾਜੇਵਾਲ ਅਤੇ ਸੁਖਪਾਲ, ਜਿਹੜੇ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਨਾਂ ਦਿੱਤੇ ਨੇ, ਪਰ ਇਹਨਾਂ ਨੇ ਬਹੁਤ ਜ਼ਿਆਦਾ ਨਸਰ ਤਾਂ ਨਹੀਂ ਕੀਤੇ, ਪਰ ਇਹੀ ਨਾਮ ਜਿਹੜੇ ਸਾਹਮਣੇ ਆਉਂਦੇ ਨੇ। ਬਾਕੀ ਤਾਂ ਫਿਰ ਸਰਕਾਰ ਨੇ ਆਪਣੇ ਪੱਖ ਤੋਂ ਕੁਛ ਅਰਥ ਸ਼ਾਸਤਰੀ ਲੈਣੇ ਸੀ, ਕੁਛ ਹੋਰ ਬਾਕੀ ਦੇ ਲੈਣੇ ਸੀ। ਹੁਣ ਉਹਨਾਂ ਨੇ ਲਿਜਾ ਕੇ ਉਹ ਉੱਥੇ ਖੜ੍ਹੇ ਕਰਤੇ ਕਿ ਮੰਤਰੀ ਕਹਿੰਦਾ, ਮੰਤਰੀ ਇਸ ਕਰਕੇ ਕਹਿਣ ਲੱਗਿਆ ਕਿਉਂਕਿ ਇਹ ਮੁੱਦਾ ਬਹੁਤ ਵੱਡਾ ਬਣ ਗਿਆ। ਇੱਕ ਮੁੱਦਾ ਇਸ ਕਰਕੇ ਵੱਡਾ ਬਣ ਗਿਆ, ਅੱਜ ਵੀ ਸ਼ਾਇਦ ਇਸ ਕਰਕੇ ਬੋਲਿਆ, ਨਹੀਂ ਤਾਂ 2 ਮਹੀਨੇ ਬੋਲੇ ਹੀ ਨਹੀਂ। 2 ਮਹੀਨੇ ਹੋ ਗਏ ਇਸ ਗਾਰਾਂ ਨੂੰ ਪੂਰੇ। ਵਿੱਚ ਦੀ ਜਿਹੜਾ ਸੰਯੁਕਤ ਕਿਸਾਨ ਮੋਰਚਾ, ਉਹਦੇ ਸੱਦੇ 'ਤੇ ਵਿਸ਼ਵਾਸਘਾਤ ਦਿਵਸ ਵੀ ਬਣਾਇਆ ਗਿਆ। ਵਿੱਚ ਉਹਨਾਂ ਨੇ ਕਿਹਾ ਲਖੀਮਪੁਰ ਅਸੀਂ ਪੱਕਾ ਮੋਰਚਾ ਲਾਵਾਂਗੇ। ਇਹ ਸਾਰੇ ਐਲਾਨਾਂ ਦੇ ਬਾਵਜੂਦ ਅੱਜ ਬੋਲਣਾ ਪਿਆ। ਅੱਜ ਕਿਉਂ ਬੋਲਣਾ ਪਿਆ? ਕਿਉਂਕਿ ਕੱਲ੍ਹ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਯੂਪੀ ਦੇ ਵਿੱਚ ਇੱਕ ਉਹ ਵੀ ਐਲਾਨ ਕੀਤਾ ਫਿਰ ਕਿ ਅਸੀਂ ਜਾਵਾਂਗੇ ਵੋਟਾਂ ਦੇ ਮਾਮਲੇ ਦੇ ਵਿੱਚ ਵੀ। ਹੁਣ ਖੇਤੀ ਮੰਤਰੀ ਨੇ ਕਿਹਾ ਕਿ ਅਸੀਂ ਜਿਹੜੀ ਪ੍ਰਪੋਜ਼ਲ ਹੈ, ਤਜਵੀਜ਼, ਚੋਣ ਕਮਿਸ਼ਨ ਕੋਲ ਭੇਜੀ ਹੋਈ ਸੀ, ਚੋਣ ਕਮਿਸ਼ਨ ਦੀ ਗਾਈਡੈਂਸ ਦੇ ਵਾਸਤੇ, ਕਿਉਂਕਿ ਹੁਣ ਕੋਡ ਲੱਗ ਗਿਆ। ਚੋਣ ਕਮਿਸ਼ਨ ਨੇ ਸਾਨੂੰ ਕਿਹਾ ਕਿ ਤੁਸੀਂ ਇਲੈਕਸ਼ਨ ਤੱਕ ਰੁਕ ਜਾਓ, ਇਲੈਕਸ਼ਨ ਤੋਂ ਬਾਅਦ ਤੁਸੀਂ ਕਰ ਲਿਓ। ਹੁਣ ਜੇ ਪ੍ਰੈਕਟੀਕਲੀ ਦੇਖਿਆ ਜਾਵੇ ਤਾਂ ਚੋਣ ਕਮਿਸ਼ਨ ਚੋਣਾਂ ਦਾ ਐਲਾਨ ਵੀ ਕਿੰਨੀ ਲੇਟ ਹੋਇਆ, ਜਾ ਕੇ ਕਮੇਟੀ ਫਾਰਮੇਸ਼ਨ ਹੀ ਕਰਨੀ ਸੀ। ਕਮੇਟੀ ਨੇ ਕਿਹਾ ਸੀ ਵੀ 2 ਮਹੀਨੇ 'ਚ ਆਪਣੀ ਰਿਪੋਰਟ ਦੇਗੀ, ਤੁਸੀਂ ਤਾਂ 2-3-4 ਮਹੀਨੇ ਐਂ 'ਚ ਕੱਢ ਦੋਗੇ। ਔਰ ਉਹ ਨਾਲ ਇਹ ਵੀ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਨੇ ਕਮਿਟਮੈਂਟ ਕੀਤੀ ਹੋਈ ਹੈ, ਪ੍ਰਧਾਨ ਮੰਤਰੀ ਦੀ ਜਿਹੜੀ ਕਮਿਟਮੈਂਟ ਹੈ ਉਹ ਪੂਰੀ ਹੋਏਗੀ। ਉਹਨਾਂ ਨੇ ਇਹ ਕਿਹਾ ਰਾਜ ਸਭਾ 'ਚ ਬੋਲਦੇ ਹੋਏ। ਹੁਣ ਪ੍ਰਧਾਨ ਮੰਤਰੀ ਦੀ ਹੀ ਕਮਿਟਮੈਂਟ ਹੈ ਇਹ ਕਿ MSP ਦੇ ਵਿੱਚ ਕਮੇਟੀ ਬਣਾਉਣੀ ਸੀ। ਦੂਜੀ ਗੱਲ, ਜਿਹੜੇ ਰਾਜਾਂ ਦੇ ਵਿੱਚ ਪਰਚੇ ਦਰਜ ਹੋਏ ਨੇ ਉਹ ਪਰਚੇ ਦਰਜ ਵਾਪਸ ਲੈਣੇ ਸੀ। ਤੀਜੀ ਗੱਲ, ਜਿੱਥੇ ਕਿਤੇ ਮਤਲਬ ਜਿਹੜੇ ਰਾਜਾਂ ਤੋਂ ਕਿਸਾਨ ਰੋਸ ਅੰਦੋਲਨ ਦੇ ਦੌਰਾਨ ਆਪਣੀਆਂ ਜਾਨਾਂ ਗਵਾ ਚੁੱਕੇ ਨੇ, ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਜਾਂ ਨੌਕਰੀਆਂ ਦਾ ਸਿਲਸਿਲਾ ਸਟੇਟ ਗੌਰਮੈਂਟਾਂ ਨਾਲ ਮਿਲ ਕੇ ਉਹਨਾਂ ਨੇ ਡਿਸਾਈਡ ਕਰਨਾ ਸੀ, ਤੈਅ ਕਰਨਾ ਸੀ। ਅਤੇ ਅਗਲੀ ਗੱਲ, ਲਖੀਮਪੁਰ ਖੀਰੀ ਦਾ ਇੱਕ ਇਸ਼ੂ ਅਜੇ ਵੱਡਾ ਹੈ ਜਿਹੜਾ ਲਟਕਦਾ। ਲਖੀਮਪੁਰ ਖੀਰੀ ਦੇ ਵਿੱਚ ਜਾਂਚ ਦੇ ਚਲਾਨ ਪੇਸ਼ ਹੋ ਚੁੱਕੇ ਆ। ਜਾਂਚ ਦੇ ਦੌਰਾਨ ਉਹਨਾਂ ਨੂੰ ਇਹ ਲੱਗਦਾ ਸੀ ਕਿ SIT ਨੇ ਮੰਨਿਆ ਕਿ ਇਹ ਅਚਾਨਕ ਕੀਤਾ ਹਮਲਾ ਨਹੀਂ ਸੀ, ਇਹ ਨਿਯੋਜਿਤ ਹਮਲਾ ਸੀ। ਬਿਲਕੁਲ ਗੱਲਬਾਤ ਕੀਤੀ ਅਤੇ ਫਿਰ ਵੀ ਕੇਂਦਰੀ ਮੰਤਰੀ ਦੇ ਅਹੁਦੇ 'ਤੇ ਨੇ ਵੀ ਜਿਹੜਾ ਅਜੇ ਮਿਸ਼ਰਾ, ਜਿਹੜਾ ਹੋਮ ਮਿਨਿਸਟਰ ਦੇ ਸਟੇਟ ਹੋਮ ਮਿਨਿਸਟਰ ਬਣਿਆ ਹੋਇਆ। ਇਹ ਸਾਰੀਆਂ ਗੱਲਾਂ ਨੇ। ਇਹ ਸਾਰੀਆਂ ਗੱਲਾਂ ਨੂੰ ਚੋਣ ਕਮਿਸ਼ਨ ਤਾਂ ਨਹੀਂ ਰੋਕਦਾ, ਬਾਕੀ ਗੱਲਾਂ ਨੂੰ ਕਿ ਤੁਸੀਂ ਆਹ ਨਾ ਕਰੋ। ਇਹਦਾ ਮਤਲਬ ਗੌਰਮੈਂਟ ਦੀ ਨੀਅਤ ਦਾ ਵੀ ਕੁਐਸਚਨ ਹੈ। ਅੱਜ ਵੀ ਪਾਰਲੀਮੈਂਟ ਚੱਲ ਰਹੀ ਹੈ, ਉਹਦੇ 'ਤੇ ਵੀ ਕੁਐਸਚਨ ਪੁੱਛਿਆ ਗਿਆ, ਉਹ ਵੀ ਸਪਲੀਮੈਂਟਰੀ ਕੁਐਸਚਨ ਦੇ ਰੂਪ ਦੇ ਵਿੱਚ ਇਹ ਜਵਾਬ ਦਿੱਤਾ ਗਿਆ। ਪਹਿਲਾਂ ਕੋਈ ਕੁਐਸਚਨ ਇੱਕ ਹੋਰ ਸੀ, ਉਹਦੇ 'ਤੇ ਚੱਲਦੇ ਜਵਾਬ ਦਿੱਤਾ। ਇੰਨਾ ਚਿਰ ਤੋਂ ਕਿਸਾਨ ਕਹਿ ਰਹੇ ਨੇ ਕਿ ਤੁਸੀਂ ਕੀ ਕਰ ਰਹੇ ਹੋ, ਨਹੀਂ ਕਰ ਰਹੇ, ਐਕਸ਼ਨ ਦੇ ਰਹੇ ਨੇ, ਉਦੋਂ ਤੱਕ ਮੰਤਰੀ ਨਹੀਂ ਬੋਲਿਆ। ਇਹ ਸਾਰੇ ਸਵਾਲਾਂ ਦੇ ਵਿੱਚ ਇਹਦੇ ਤੋਂ ਇਹ ਲੱਗਦਾ ਵੀ ਗੌਰਮੈਂਟ ਜਿਹੜੀ ਕਿਸਾਨਾਂ ਨੂੰ ਇਹ ਲਟਕਾ ਰਹੀ ਹੈ, ਫਿਲਹਾਲ ਉਸ ਤਰੀਕੇ ਨਾਲ ਚੱਲ ਰਹੇ ਆ। MSP ਦੀ ਵੀ ਜਿਹੜੀ ਗੱਲ ਹੈ ਉਹ ਕੇਵਲ MSP 'ਤੇ ਨਹੀਂ ਰਹੀ, ਉਹਦੇ ਨਾਲ ਜੋੜ ਦਿੱਤੀਆਂ ਗਈਆਂ ਕਿ ਫਸਲੀ ਵੰਨ-ਸੁਵੰਨਤਾ ਕਿਵੇਂ ਆਵੇ, ਕੁਦਰਤੀ ਖੇਤੀ ਕਿਵੇਂ ਉੱਧਰ ਨੂੰ ਵਧਿਆ ਜਾਏ, ਬਾਕੀ ਦੀਆਂ ਚੀਜ਼ਾਂ ਵੀ ਨਾਲ ਨੇ। ਪਤਾ ਨਹੀਂ ਉਹ ਕਮੇਟੀ ਦਾ ਵੀ ਕਿੰਨਾ ਕੁ ਮਿਲਗੋਭਾ ਹੋਏਗਾ, ਕੀ ਕਿਸ ਲੈਵਲ ਦਾ ਕਰੇਗੀ। ਪਰ ਪ੍ਰਾਇਓਰਟੀ ਦੇ ਜਿਹੜੇ ਗੱਲਾਂ ਨੇ ਉਹ ਮੇਰੇ ਖਿਆਲ ਉਸ ਪੱਧਰ 'ਤੇ ਨਹੀਂ ਹੋਈਆਂ। ਜੇਕਰ ਬਜਟ ਦੀ ਤਾਸੀਰ ਦੇਖੀਏ ਤਾਂ ਬਜਟ ਦੀ ਤਾਸੀਰ ਉੱਧਰ ਨੂੰ ਨਹੀਂ ਜਾ ਰਹੀ।
ਔਰ ਗਵਰਨਮੈਂਟ ਨੇ ਕਿਹਾ ਕਿ 2,37,000 ਕਰੋੜ ਰੁਪਈਆ ਅਸੀਂ ਦੀਆਂ ਫਸਲਾਂ ਜਿਹੜੀਆਂ ਨੇ ਪ੍ਰੋਕਿਓਰ ਕਰਾਂਗੇ ਜਾਂ ਇਸ ਮਾਮਲੇ 'ਚ। ਪਿਛਲੇ ਸਾਲ ਤਾਂ 2,48,000 ਕਰੋੜ ਦੀ ਪ੍ਰੋਕਿਓਰਮੈਂਟ ਹੋਈ ਹੈ ਜਾਂ ਫਸਲਾਂ ਦੀ ਖਰੀਦ ਹੋਈ ਹੈ। ਜੇ ਐਮਐਸਪੀ ਨੂੰ ਖਰੀਦ ਦੀ ਕਾਨੂੰਨੀ ਗਰੰਟੀ ਤੁਸੀਂ ਦਿੰਦੇ ਹੋ ਬਾਕੀ ਮਾਮਲਿਆਂ ਦੇ ਵਿੱਚ, ਤਾਂ ਉਹ ਬਜਟ ਤੋਂ ਵੀ ਝਲਕਣੀ ਚਾਹੀਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਫਿਰ ਤੁਸੀਂ ਕਿਸਾਨੀ ਦੇ ਲਾਗਤ ਘਟਾਉਣ ਦਾ ਕੁਐਸਚਨ ਹੈ, ਫਿਰ ਉਹ ਬਜਟ 'ਚੋਂ ਝਲਕਣਾ ਚਾਹੀਦਾ ਸੀ ਕਿ ਤੁਸੀਂ ਖਾਦ ਦੀ ਜਿਹੜੀ ਸਬਸਿਡੀ ਹੈ ਉਹ ਵੀ ਘਟਾਤੀ ਹੈ। ਫਿਰ ਜਨਤਕ ਵੰਡ ਪ੍ਰਣਾਲੀ ਦੀ ਸਬਸਿਡੀ ਵੀ ਜਿਹੜੀ ਉਹ ਵੀ ਮੁਕਾਬਲਤਨ ਘਟ ਗਈ ਹੈ ਪਹਿਲਾਂ ਦੇ ਮੁਕਾਬਲੇ। ਔਰ ਫਿਰ ਤੁਸੀਂ ਇਹ ਵੀ ਨਹੀਂ ਦੱਸ ਰਹੇ ਅਜੇ ਵੀ ਡੀਜ਼ਲ ਦੀ ਕੀਮਤ ਹੋਰ ਵੱਧ ਜਾਏਗੀ। ਜੇ ਡੀਜ਼ਲ ਦੀ ਕੀਮਤ ਹੋਰ ਵੱਧ ਜਾਏਗੀ ਤਾਂ ਜਿਹੜਾ ਕਿਹਾ ਗਿਆ ਕਿ 2% ਐਡੀਸ਼ਨਲ ਐਕਸਾਈਜ਼ ਡਿਊਟੀ ਉਹਦੇ 'ਚ ਸੰਭਾਵਨਾ ਹੈ, ਤਾਂ ਫਿਰ ਹੋਰ ਜ਼ਿਆਦਾ ਡੀਜ਼ਲ ਮਹਿੰਗਾ ਹੋ ਜਾਏਗਾ ਤਾਂ ਕਾਸਟ ਹੋਰ ਵੱਧ ਜਾਏਗੀ। ਇਹ ਜਿਹੜੀ ਸਾਰੀਆਂ ਚੀਜ਼ਾਂ ਜਿਸ ਪਾਸੇ ਵੱਲ ਨੂੰ ਜਾ ਰਹੀਆਂ ਨੇ ਉਹ ਇੱਕ ਗੱਲ ਇਹ ਦਰਸਾ ਰਹੀਆਂ ਨੇ ਕਿ ਖੇਤੀ ਦੇ ਬਾਰੇ ਅਤੇ ਕਿਸਾਨੀ ਦੇ ਬਾਰੇ। ਕਿਸਾਨਾਂ ਨੇ ਜਿਹੜੇ ਪ੍ਰਤੀਕਰਮ ਦਿੱਤੇ ਨੇ ਬਜਟ 'ਤੇ, ਉਹਨਾਂ ਨੇ ਜ਼ਿਆਦਾਤਰ ਇਹੀ ਦਿੱਤੇ ਨੇ ਕਿ ਸਰਕਾਰ ਜਿਵੇਂ ਕਿਹੜ ਕੱਢ ਰਹੀ ਹੁੰਦੀ ਹੈ ਕਿ ਤੁਸੀਂ ਅੰਦੋਲਨ ਕੀਤਾ, ਅੰਦੋਲਨ ਕਰਕੇ ਸਾਨੂੰ ਵਾਪਸ ਲੈਣੀਆਂ ਪਈਆਂ ਚੀਜ਼ਾਂ, ਸਾਡੀ ਇਨਸਲਟ ਕੀਤੀ ਸ਼ਾਇਦ, ਤਾਂ ਅਸੀਂ ਬਜਟ 'ਚੋਂ ਵੀ ਉਹਦੀ ਪਰ ਝਲਕਾਰਾ ਨਹੀਂ ਦਿਆਂਗੇ ਕਿ ਤੁਹਾਡੇ ਲਈ ਕੁਛ ਕਰ ਰਹੇ ਹੋ। ਇਸੇ ਤਰ੍ਹਾਂ PM ਨਿਧੀ ਦੀ ਗੱਲ ਸੀ, ਇਹ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਸੀ 2016 'ਚ ਕਿ 2022 'ਚ ਆਮਦਨ ਦੁੱਗਣੀ ਕਰ ਦੇਣੀ ਹੈ। 22 ਤਾਂ ਹੋ ਗਿਆ, ਉਹਦਾ ਬਜਟ ਚਲਾ ਗਿਆ। ਲੋਕਾਂ ਨੂੰ ਲੱਗਦਾ ਸੀ 6,000 ਦੀ ਬਜਾਏ 12,000 ਹੀ ਹੋ ਜੂ, 500 ਰੁਪਏ ਮਹੀਨੇ ਦੀ ਬਜਾਏ 1,000 ਰੁਪਈਆ ਮਹੀਨਾ ਹੋ ਜੂ। ਪਰ ਕੋਈ ਸਲੋਗਨ ਨਹੀਂ ਹੈ ਅਤੇ ਕੋਈ ਇਹਦੇ 'ਤੇ ਐਕਸ਼ਨ ਨਹੀਂ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਉਸ ਸਾਰੇ ਇੱਕ ਅੰਦੋਲਨ ਦੀ ਲਗੇਸੀ ਹੈ ਉਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ, ਜਿਹੜੀਆਂ 'ਤੇ ਅਜੇ ਫਿਰ ਕਿਸਾਨਾਂ ਵਰਸਜ ਗੌਰਮੈਂਟ ਕਿਤੇ ਨਾ ਕਿਤੇ ਤਣਾਅ ਦੀ ਹਾਲਤ ਹੀ ਬਰਕਰਾਰ ਹੈ। ਮਤਲਬ ਉਹ ਸੁਲਝ ਨਹੀਂ ਪਾ ਰਹੀ। ਸਮਝੌਤਾ ਹੋਣ ਦੇ ਬਾਵਜੂਦ ਵੀ ਉਹਨੂੰ ਲਾਗੂ ਕਰਨ ਦੇ ਮਾਮਲੇ ਦੇ ਵਿੱਚ ਜਿਹੜੀ ਦੇਰੀ ਹੈ, ਇਹ ਸ਼ਾਇਦ ਇੱਕ ਲੈਵਲ ਦੀ ਬੇਚੈਨੀ ਕਿਸਾਨਾਂ ਦੇ ਵਿੱਚ ਹੈ ਉਹਨੂੰ ਲੈ ਕੇ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿਸਾਨਾਂ ਤੇ ਸਰਕਾਰ ਦੇ ਵਿੱਚ, ਖਾਸ ਤੌਰ 'ਤੇ ਬੀਜ ਦੇ ਵਿੱਚ, ਉਹ ਤਾਂ ਤਣਾਅ ਕੱਲ੍ਹ ਸਪਸ਼ਟ ਹੋ ਗਿਆ ਵੀ ਉਹ ਤਾਂ ਹੈਗਾ ਹੀ ਹੈ। ਅਤੇ ਉਹ ਹੋਇਆ ਸੰਯੁਕਤ ਕਿਸਾਨ ਮੋਰਚੇ ਨੇ ਜਦੋਂ ਇਹ ਕਿਹਾ ਵੀ ਯੂਪੀ ਦੇ ਵਿੱਚ ਤੁਸੀਂ BJP ਨੂੰ ਸਬਕ ਸਿਖਾਓ। ਪਰ ਇੱਕ ਗੱਲ ਉਹ 'ਚ ਹੈਰਾਨੀ ਹੋਈ ਵੀ ਚੋਣਾਂ ਤਾਂ 5 ਰਾਜਾਂ 'ਚ ਹੋ ਰਹੀਆਂ, ਸਾਰੇ ਰਾਜਾਂ ਦੇ ਕਿਸਾਨ ਸੰਘਰਸ਼ 'ਚ ਸ਼ਾਮਲ ਹੋਏ ਸੀ, ਖਾਸ ਤੌਰ 'ਤੇ ਪੰਜਾਬ। ਇਹਦੇ 'ਚ ਪੰਜਾਬ ਨੂੰ ਕਿਉਂ ਬਾਹਰ ਰੱਖਤਾ ਉਹਨਾਂ ਨੇ? ਔਰ ਇਹਦੇ 'ਚ ਜਨਰਲੀ ਗੱਲ ਇੱਕ ਮੇਰਾ ਖਿਆਲ ਹੋਣੀ ਚਾਹੀਦੀ ਹੈ ਕਿ ਯੂਪੀ 'ਚ ਸਬਕ ਸਿਖਾਵਾਂਗੇ, ਉਹ ਇਸ ਲੈਵਲ ਦਾ ਸ਼ੁਰੂ ਦਾ ਵਰਤਾਂਤ ਸੀ ਕਿ ਲੱਗਦਾ ਸੀ ਵੀ ਪੰਜਾਬ 'ਚ ਤਾਂ BJP ਦਾ ਹੈ ਹੀ ਨਹੀਂ ਕੁਛ, ਹੈ ਨਾ। ਪਹਿਲਾਂ ਉਦੋਂ ਜਦੋਂ ਇਹ ਗੱਲ ਚੱਲੀ ਹੈ, ਜਦੋਂ SKM ਨੇ ਇਹ ਫੈਸਲਾ ਲਿਆ ਕਿ ਜਿੱਥੇ ਜਿੱਥੇ BJP ਮੇਨ ਪਾਰਟੀ ਦੇ ਤੌਰ 'ਤੇ ਉਹਨੂੰ ਹਰਾਉਣਾ ਹੈ। ਯੂਪੀ ਕਿਉਂਕਿ ਉਹ ਮੰਨਦੇ ਸੀ ਕਿ ਯੂਪੀ ਦੇ ਵਿੱਚ ਜਿਹੜੇ ਅਸੈਂਬਲੀ ਸੀਟਾਂ ਨੇ ਜਾਂ ਵਿਧਾਨ ਸਭਾ ਦੇ ਨੇ, ਔਰ ਉੱਥੇ ਪਾਰਲੀਮੈਂਟ ਦੀਆਂ ਵੀ 80 ਸੀਟਾਂ ਹੋਣ ਕਰਕੇ ਉੱਥੋਂ ਦੀ 2024 ਦਾ ਰਸਤਾ ਜਾਂਦਾ ਹੈ, ਪ੍ਰਧਾਨ ਮੰਤਰੀ ਬਣਨ ਦਾ ਰਸਤਾ ਜਾਂਦਾ ਹੈ। ਇਸ ਲਈ ਜੇ ਯੂਪੀ ਦੇ ਵਿੱਚ ਅਸੀਂ ਡੈਂਟ ਪਾ ਦਿੰਦੇ ਹਾਂ, ਯੂਪੀ ਦੇ ਵਿੱਚ ਵੋਟ ਦੀ ਚੋਟ ਦਿੰਦੇ ਹਾਂ, ਤਾਂ ਸਰਕਾਰ ਦੇ ਵਿੱਚ ਹਿਲਜੁਲ ਹੋਏਗੀ। ਇਹ ਤੋਂ ਪਹਿਲਾਂ ਬੰਗਾਲ ਦਾ ਉਹਨਾਂ ਲਈ ਪ੍ਰੈਸਟੀਜ ਇਸ਼ੂ ਬਣਿਆ ਹੋਇਆ ਸੀ। ਬੰਗਾਲ ਦੇ ਮਾਮਲੇ 'ਚ ਵੀ ਜਾ ਕੇ ਪਰਚੇ ਵੰਡੇ। ਯੂਪੀ ਅਤੇ ਉੱਤਰਾਖੰਡ ਦੀ ਵੀ ਗੱਲ ਕੀਤੀ ਹੈ ਜ਼ੁਬਾਨੀ ਤੌਰ 'ਤੇ, ਪਰਚੇ ਚਾਹੇ ਉਹ ਯੂਪੀ ਲਈ ਜਾਰੀ ਕੀਤੇ ਨੇ, ਜਿਹੜੇ ਵੀ ਅਸੀਂ ਪਿੰਡ ਪਿੰਡ ਸ਼ਹਿਰ ਸ਼ਹਿਰ ਜਾਵਾਂਗੇ। ਜਦੋਂ ਮੁਜ਼ੱਫਰਨਗਰ ਮਹਾਪੰਚਾਇਤ ਹੋਈ ਉਦੋਂ ਵੀ ਐਲਾਨ ਕੀਤਾ ਸੀ ਕਿ ਯੂਪੀ ਦੀ ਹਰ ਡਿਵੀਜ਼ਨ 'ਚ ਅਸੀਂ ਮਹਾਪੰਚਾਇਤਾਂ ਕਰਾਂਗੇ ਜੇਕਰ ਨਹੀਂ ਗੱਲ ਸਿਰੇ ਲੱਗਦੀ ਤਾਂ ਵਿੱਚ ਦੀ ਇਹ ਲੱਗ ਗਿਆ ਸੀ ਵੀ ਸ਼ਾਇਦ ਕਿਸਾਨ ਫਿਰ ਉਹ ਐਂਗਲ ਨਾ ਲੈਣ। ਜਦੋਂ 3 ਕਾਨੂੰਨ ਵਾਪਸ ਹੋ ਗਏ, ਜਿਹੜੇ ਬਾਕੀ ਦੀਆਂ ਮੰਗਾਂ ਨੇ 4-5 ਹੀ 'ਤੇ ਸਹਿਮਤੀ ਹੈ, ਜੇ ਉਹ ਵੀ ਲਾਗੂ ਹੋ ਜਾਂਦੀਆਂ ਸ਼ਾਇਦ ਉਹ ਨਾ ਲਿਆ ਜਾਂਦਾ। ਹੁਣ ਜਿਹੜੀ ਨਵੀਂ ਮੀਟਿੰਗ ਕਰਕੇ ਫੈਸਲਾ ਲਿਆ ਕਿ ਉਹ ਬਾਕੀ ਦੀਆਂ 'ਤੇ ਤਾਂ ਸਰਕਾਰ ਦੇਰੀ ਕਰ ਰਹੀ ਹੈ ਜਾਂ ਉਹਦੀ ਮਨਸ਼ਾ 'ਤੇ ਸਖ਼ਤ ਕੀਤਾ ਜਾ ਰਿਹਾ ਹੈ, ਤਾਂ ਫਿਰ ਵੋਟ ਦੀ ਚੋਟ ਵਾਲਾ ਨਾਅਰਾ ਬਰਕਰਾਰ ਰੱਖਣਾ ਪਏਗਾ। ਬਿਲਕੁਲ ਯੂਪੀ ਦੇ ਵਿੱਚ ਲਗਾਤਾਰ ਜਿਹੜਾ ਰਾਕੇਸ਼ ਟਕੈਤ ਖਾਸ ਤੌਰ 'ਤੇ ਅਤੇ ਬਾਕੀ ਦੀਆਂ ਜਥੇਬੰਦੀਆਂ ਜਿਸ ਤਰੀਕੇ ਦੇ ਨਾਲ ਮੁੱਦਾ ਉਠਾ ਰਹੀਆਂ ਨੇ BJP ਦੇ ਖਿਲਾਫ, ਉਹ ਬਹੁਤ ਆਪਣੇ ਆਪ ਦੇ ਵਿੱਚ ਇਹ ਦੱਸਦਾ ਕਿ ਕਿਸਾਨ ਆਪਣਾ ਸਰਕਾਰ ਨੂੰ ਚੈਲੰਜ ਔਰ ਚੁਣੌਤੀ ਸਹੀ ਰੂਪ ਦੇ ਵਿੱਚ ਦੇ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰ ਇੱਕ ਜਿਹੜਾ ਅਜੀਬ ਵਰਤਾਰਾ ਪੰਜਾਬ ਦੇ ਵਿੱਚ ਵਾਪਰਿਆ, ਉਹ ਅਜੀਬ ਵਰਤਾਰਾ ਇਹ ਵਾਪਰਿਆ ਵੀ ਯੂਪੀ ਦੇ ਵਿੱਚ ਤਾਂ ਬੜੇ ਪੱਧਰ ਦੇ ਬੰਦੇ ਕਾਫੀ 3 ਮੰਤਰੀ ਅਤੇ ਕਈ MLA ਛੱਡ ਕੇ ਚਲੇ ਗਏ BJP ਨੂੰ ਕੋਈ ਹੋਰਾਂ ਪਾਰਟੀਆਂ 'ਚ। ਪੰਜਾਬ ਇੱਕ ਇਹੋ ਜਿਹੀ ਸਟੇਟ ਹੈ ਜਿੱਥੋਂ ਅੰਦੋਲਨ ਚੱਲਿਆ, ਅੰਦੋਲਨ ਦੀ ਅਗਵਾਈ ਕੀਤੀ ਅਤੇ ਵੱਡੇ ਪੱਧਰ 'ਤੇ BJP ਦੇ ਆਗੂਆਂ ਦੇ ਘਰ ਵੀ ਘੇਰੇ, ਸਾਰਾ ਕੁਛ ਕੀਤਾ। BJP ਪਾਰਟੀ ਵੀ ਛੋਟੀ ਹੈ, ਪਾਰਟੀ ਵੱਡੀ ਨਹੀਂ ਹੈ, ਕਿਉਂਕਿ 23 ਸੀਟਾਂ ਤੋਂ ਵੱਧ ਕਦੇ BJP ਨੇ ਨਹੀਂ ਲੜੀਆਂ ਪੰਜਾਬ ਦੇ ਵਿੱਚ। ਐਡੇ ਵੱਡੇ ਅੰਦੋਲਨ ਤੋਂ ਬਾਅਦ, ਕਿਸਾਨਾਂ ਦਾ BJP ਦੇ ਖਿਲਾਫ ਵੋਟ ਦੀ ਚੋਟ ਦੇ ਨਾਅਰਾ ਦੇਣ ਤੋਂ ਬਾਅਦ, ਜੇ BJP ਅੱਜ ਐਡੀ ਵੱਡੀ ਪਾਰਟੀ ਹੈ ਜਿਹੜੀ ਇੱਕ ਗੱਠਜੋੜ ਬਣਾ ਕੇ 65 ਸੀਟਾਂ 'ਤੇ ਡਾਇਰੈਕਟਲੀ ਚੋਣ ਲੜਨ ਦੇ ਆਪਣੇ ਆਪ ਨੂੰ
ਕਾਬਲ ਮਹਿਸੂਸ ਕਰਦੀ ਹੈ ਕਿ ਮੈਂ ਪੰਜਾਬ 'ਚ ਲੜਦੀ ਹਾਂ। ਅਤੇ ਜਿਹੜੀ ਅਮਰਿੰਦਰ ਸਿੰਘ ਦੀਆਂ 37 ਵੀ ਸੀ ਉਹ 'ਚੋਂ ਵੀ ਕਈ ਉਹਦੇ ਸਿੰਬਲ 'ਤੇ ਲੜਨ ਲਈ ਤਿਆਰ ਨੇ। ਮਤਲਬ ਇਹ ਜਿਹੜਾ ਢੀਂਡਸਾ ਗਰੁੱਪ, ਅਮਰਿੰਦਰ ਸਿੰਘ, ਬੀਜੇਪੀ, ਇਹ ਸਾਰੇ ਰਲ ਕੇ 117 'ਤੇ ਚੋਣ ਲੜ ਰਹੇ ਨੇ। ਅਤੇ ਵੱਡੇ ਵੱਡੇ ਚਿਹਰੇ ਦਾ ਮਤਲਬ ਇਹ ਨਹੀਂ ਕਿ ਉਹਨਾਂ ਦੀ ਮਾਸ ਫੋਲੋਇੰਗ ਹੈ, ਜਿਨ੍ਹਾਂ ਨੂੰ ਲੋਕ ਜਾਣਦੇ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਹ ਭੱਜੇ ਬੀਜੇਪੀ ਵੱਲ ਨੂੰ ਜਾ ਰਹੇ ਨੇ। ਇੰਨੀ ਜ਼ਿਆਦਾ ਮਤਲਬ ਦਲ ਬਦਲੀ ਹੋ ਗਈ ਹੈ ਜਿਹੜੀ ਉਹਦੇ ਉੱਤੇ ਜਾ ਰਹੀ ਹੈ। ਤਾਂ ਇੱਥੇ ਕੰਕਰੀਟ ਐਕਸ਼ਨ ਬੀਜੇਪੀ ਦੇ ਖਿਲਾਫ ਉਹ ਹੈ ਜਿਹਾ ਯੂਪੀ ਦੇ ਵਿੱਚ ਹੈ, ਉਹ ਵੀ ਜਿਸ ਜ਼ੋਰ ਨਾਲ ਉਭਾਰਨਾ ਚਾਹੀਦਾ ਹੈ, ਉਹ ਜ਼ੋਰ ਕਿਉਂ ਮਾਈਨਸ ਹੈ ਮੇਰਾ ਖਿਆਲ ਹੈ ਉਹਦੇ ਪਿੱਛੇ ਕੀ ਇਕੱਲੀ ਇੰਨੀ ਉਹ ਗੱਲ ਹੈ ਕਿ ਪੰਜਾਬ ਦੀਆਂ 32 ਜਥੇਬੰਦੀਆਂ ਦੇ ਵਿੱਚੋਂ 22 ਜਥੇਬੰਦੀਆਂ ਚੋਣ ਲੜਨ ਲੱਗ ਗਈਆਂ ਅਤੇ 10 ਇੱਧਰ ਰਹਿ ਗਈਆਂ। ਕਿ ਇਹਨਾਂ ਦਾ ਆਪਣਾ ਕੰਟਰਾਸਟ ਵਾਲੀ ਉਹ ਇਕੱਲੀ ਗੱਲ ਹੈ ਜਾਂ ਹੋਰ ਵੀ ਹੈ? ਮੈਨੂੰ ਲੱਗਦਾ ਕਿ ਜਿਹੜੀਆਂ ਤਾਂ ਚੋਣ ਲੜਨ ਲੱਗ ਗਈਆਂ ਉਹਨਾਂ ਦਾ, ਉਹ ਤਾਂ ਇੱਕ ਧਿਰ ਬਣ ਗਈ 5 ਦੇ ਨਾਲ, ਵੀ 5ਵੀਂ ਧਿਰ ਹੈ ਉਹ ਇੱਕ ਲੈਵਲ ਦੀ, ਉਹ ਤਾਂ ਬਾਕੀ 4 ਦੇ ਖਿਲਾਫ ਲੜੂਗੀ, ਉਹ ਬਾਕੀ ਦੇ ਸਥਾਪਿਤ ਪਾਰਟੀਆਂ ਦੇ ਖਿਲਾਫ ਉਹ ਕਹਿੰਦੀ ਹੈ ਮੈਨੂੰ ਵੋਟਾਂ ਪਾਓ। ਪਰ ਜਿਹੜੀਆਂ ਵੋਟਾਂ 'ਚ ਨਹੀਂ ਖੜੀਆਂ, ਜਿਹੜੀਆਂ ਬਾਈਕਾਟ ਦਾ ਸੱਦਾ ਵੀ ਨਹੀਂ ਦੇ ਰਹੀਆਂ, ਜਿਹੜੀਆਂ ਵੋਟਾਂ 'ਚੋਂ ਤਾਂ ਕਹਿੰਦੇ ਨੇ ਜਿਹਨੂੰ ਮਰਜ਼ੀ ਪਾਓ, ਤਾਂ ਉਹਦਾ ਇੱਕ ਸਲੋਗਨ ਤਾਂ ਉਹੋ ਜਿਹਾ ਬਣਦਾ ਹੀ ਸੀ ਨਾ, ਜੋ ਬਣਦਾ ਹੀ ਹੈ ਜਿਹੜੇ ਯੂਪੀ ਟਾਈਪ ਦਾ ਸਲੋਗਨ, ਕਿ ਬੀਜੇਪੀ ਨੂੰ ਘੱਟੋ ਘੱਟ ਇੱਥੇ ਉਸ ਰੂਪ ਦੇ ਵਿੱਚ ਵੋਟ ਦੀ ਚੋਟ ਦਿੱਤੀ ਜਾਣੀ ਚਾਹੀਦੀ ਹੈ, ਤਾਂ ਕਿ ਉਹਨੂੰ ਲੱਗੇ ਕਿ ਕਿਸਾਨਾਂ ਦੇ ਅੰਦੋਲਨ ਦਾ ਤੁਹਾਡੇ 'ਤੇ ਕੀ ਅਸਰ ਪੈ ਰਿਹਾ ਜਾਂ ਕਿਸ ਲੈਵਲ 'ਤੇ ਜਾ ਰਿਹਾ। ਔਰ ਜੇਕਰ ਬੀਜੇਪੀ ਇੱਥੇ ਸੀਟਾਂ ਲੈ ਜਾਂਦੀ ਹੈ, ਇੱਥੇ ਉਹ ਕੰਪੇਨ ਨਹੀਂ ਚੱਲੀ, ਜ਼ਿਆਦਾ ਲੈ ਜਾਂਦੀ ਹੈ, ਤਾਂ ਫਿਰ ਅੰਦੋਲਨ ਦਾ ਜਿਹੜਾ ਪ੍ਰਭਾਵ ਸੀ ਉਹਦੇ 'ਤੇ ਇੱਕ ਲੈਵਲ ਦਾ ਉਂਗਲ ਉੱਠੂਗੀ ਅਤੇ ਸਪਸ਼ਟੀਕਰਨ ਦੇਣੇ ਸਾਰਿਆਂ ਨੂੰ ਪੈਣਗੇ। ਕਿਸੇ ਟਾਈਪ ਦਾ ਕੋਈ ਆਪਣਾ ਪੱਲਾ ਬਚਾਏਗਾ ਕਿ ਨਹੀਂ ਅਸੀਂ ਕੀ ਕਰਦੇ, ਫਲਾਣੇ ਚੋਣ ਲੜਨ ਲੱਗ ਗਏ, ਦੂਜਾ ਕੋਈ ਅਸੀਂ ਕੀ ਕਰਦੇ ਤਾਂ ਚੋਣ ਲੜਦੇ ਸੀ, ਆਹ ਕਰਨ ਲੱਗ ਗਏ। ਸਮੂਹਿਕ ਰੂਪ ਦੇ ਵਿੱਚ ਜਿਹੜਾ ਅੰਦੋਲਨ ਦਾ ਇੱਕ ਗੱਲ ਬਣਦੀ ਹੈ। ਬਾਕੀ ਤਰ੍ਹਾਂ ਵੀ ਕੋਈ ਐ ਨਹੀਂ ਹੈ ਕਿ ਬੀਜੇਪੀ ਨਾਲੋਂ ਬਹੁਤ ਵਧੀਆ ਨੇ, ਪਰ ਬੀਜੇਪੀ ਦੇ ਨਾਲ ਇੱਕ ਤੁਹਾਡਾ ਹੁਣ ਤੱਕ ਚੱਲਿਆ ਹੋਇਆ ਅੰਦੋਲਨ ਹੈ ਅਤੇ ਉਹਦੇ ਨਾਲ ਅੱਧਾ ਹਿੱਸਾ ਜਿਹੜਾ ਐਗਰੀਮੈਂਟ ਦਾ ਤੁਹਾਡਾ ਅਜੇ ਪੈਂਡਿੰਗ ਪਿਆ, ਉਹਨੇ ਲਾਗੂ ਨਹੀਂ ਕੀਤਾ। ਅਤੇ ਅਗਲੀ ਗੱਲ ਇਹ ਹੈ ਕਿ ਉਹ ਲੋਕਾਂ ਲਈ ਇੱਕ ਮਾਹੌਲ ਇਹੋ ਜਿਹਾ ਕਿਉਂ ਪੈਦਾ ਹੋ ਗਿਆ ਕਿ ਉਹ ਭੱਜ ਕੇ ਬੀਜੇਪੀ ਦੇ ਵੱਲ ਜਾਣ। ਇਹ ਸਾਰੇ ਸਵਾਲ ਨੇ। ਸਾਰੇ ਸਵਾਲਾਂ ਤੋਂ ਸੰਯੁਕਤ ਕਿਸਾਨ ਮੋਰਚਾ ਜਿਹਨੇ 5 ਰਾਜਾਂ 'ਚ ਚੋਣਾਂ ਹੋ ਰਹੀਆਂ ਨੇ, ਠੀਕ ਹੈ, ਯੂਪੀ ਬੜਾ ਰਾਜ ਹੈ, ਉੱਥੇ ਯੂਪੀ ਵਾਲੀਆਂ ਜਥੇਬੰਦੀਆਂ ਦੇਣਗੀਆਂ, ਔਰ ਪੰਜਾਬ ਵਾਲੀਆਂ ਜਥੇਬੰਦੀਆਂ ਤਾਂ ਪੰਜਾਬ 'ਚ ਹੀ ਜ਼ਿਆਦਾਤਰ ਕੰਪੇਨ ਕਰਨਗੀਆਂ ਨਾ, ਜੋ ਵੀ ਕਰਨਾ। ਪਰ ਇਹ ਕੰਪੇਨ ਵੀ ਪੰਜਾਬ ਦੇ ਵਿੱਚ ਨਾ ਕਰਨ ਦਾ ਜਾਂ ਇਹਦੇ 'ਤੇ ਚੁੱਪ ਰਹਿਣ ਦਾ ਜਾਂ ਇਹਦੇ 'ਤੇ ਕਮਜ਼ੋਰ ਰਹਿਣ ਦਾ ਕਿਤੇ ਨਾ ਕਿਤੇ ਸੁਭਾਵਿਕ ਤੌਰ 'ਤੇ ਬੀਜੇਪੀ ਸ਼ਾਇਦ ਰਾਹਤ ਮਹਿਸੂਸ ਕਰੇਗੀ। ਬੀਜੇਪੀ ਨੂੰ ਲੱਗੇਗਾ ਕਿ ਮੈਨੂੰ ਤਾਂ ਠੀਕ ਹੈ, ਚਲੋ ਮੈਂ ਕੀ ਲੈਣਾ, ਸਾਰਿਆਂ ਨਾਲ ਲੈਵਲ ਪਲੇਇੰਗ ਫੀਲਡ ਹੋ ਗਿਆ। ਔਰ ਇਹ ਗੱਲ 'ਤੇ ਮੇਰਾ ਖਿਆਲ ਹੈ ਜ਼ਰੂਰ ਲੀਡਰਸ਼ਿਪ ਨੂੰ ਜ਼ਿਆਦਾਤਰ ਸਪਸ਼ਟ ਵੀ ਕਰਨਾ ਪਏਗਾ ਲੋਕਾਂ ਨੂੰ ਕਿ ਨਹੀਂ, ਜਾਂ ਕਿਤੇ ਉੱਥੇ ਬੋਲਣ 'ਚ ਥੋੜ੍ਹੀ ਬਹੁਤ ਇੱਧਰ ਜ਼ੋਰ ਉਹਦੇ 'ਤੇ ਆ ਗਿਆ, ਇਹਦੇ 'ਚ ਘੱਟ ਆਇਆ, ਕੀ ਕਾਰਨ ਨੇ ਉਹ ਅਲੱਗ ਸਵਾਲ ਹੈ। ਪਰ ਇਹਦੇ 'ਤੇ ਲੋਕ ਇਹ ਉਮੀਦ ਜ਼ਰੂਰ ਕਰਦੇ ਨੇ SKM ਤੋਂ ਕਿ ਉਹਦਾ ਪੂਰੀ ਤਰ੍ਹਾਂ ਸਪਸ਼ਟ ਨਜ਼ਰੀਆ ਬੀਜੇਪੀ ਪ੍ਰਤੀ ਪੰਜਾਬ 'ਚ ਉਹੀ ਹੈ ਜੋ ਯੂਪੀ 'ਚ ਹੈ ਜਾਂ ਉਹ ਹੈ, ਉਹਦੇ ਬਾਰੇ ਜ਼ਰੂਰ ਜਾਣਨਾ ਚਾਹਣਗੇ। ਅਮੀਰ ਜੀ, ਵਧੀਆ ਗੱਲ ਕੀਤੀ ਤੁਸੀਂ ਬਈ ਸੰਯੁਕਤ ਕਿਸਾਨ ਮੋਰਚੇ ਨੂੰ ਆਪਣੇ ਜਿਹੜਾ ਕੇਡਰ ਹੈ, ਜਿਹੜਾ ਸੰਘਰਸ਼ ਲੜਿਆ, ਹਰ ਪਿੰਡ ਦਾ ਕਿਸਾਨ ਘਰੋਂ ਉੱਠ ਕੇ ਗਿਆ, ਉਹਨੂੰ ਜੁਰਮਾਨੇ ਵੀ ਲਾਏ ਗਏ ਸੀ ਵੀ ਨਹੀਂ ਜਾਂਦਾ, ਮਜ਼ਦੂਰ ਵੀ ਗਿਆ, ਉਹਨਾਂ ਨੂੰ ਹਾਲੇ ਤੱਕ ਇਹ ਸਪਸ਼ਟ ਨਹੀਂ ਕੀਤਾ ਵੀ ਉਹ ਵੋਟ ਕਿਹਨੂੰ ਪਾਉਣ। ਉਹਨੂੰ ਸਪਸ਼ਟ ਕਰ ਦੇਣਾ ਚਾਹੀਦਾ। ਅਤੇ ਹੁਣ ਚਾਹੇ ਰਾਜੇਵਾਲ ਹੋਰੀ ਖੜ੍ਹੇ ਹੋਏ ਆ ਉਹਨਾਂ ਦੀ ਲੈ ਕੇ, ਕਿਉਂਕਿ ਲੋਕਤੰਤਰ 'ਚ ਇੱਕ ਵੋਟਾਂ ਦੇ ਸਾਰੇ ਆਪਣੀ ਗੱਲ ਰੱਖਣ ਦਾ ਇੱਕ ਜ਼ਰੀਆ ਹੈ। ਅੱਜ ਉਹਨਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਹੋ ਗਿਆ, ਇਹਦੇ ਬਾਰੇ ਕਿਹੜਾ ਅਲਾਟ ਹੋਇਆ, ਇਹਦੇ ਬਾਰੇ ਚਾਨਣਾ ਪਾਓ। ਅਸਲ ਦੇ ਵਿੱਚ ਉਹ ਨਾ ਇੱਕ ਬਬਲਿੰਗ ਦੇ ਵਿੱਚ ਰਿਹਾ ਹੈ ਮੋਰਚਾ ਵੀ ਕਾਫੀ ਹੱਦ ਤੱਕ, ਵੀ ਆਪ ਨਾਲ ਜਾਵਾਂਗੇ ਜਾਂ ਨਹੀਂ। ਉਹਦੇ 'ਚ ਕੁਝ ਦੇਰੀ ਵੀ ਹੋਈ। ਦੇਰੀ ਦੇ ਵਿੱਚ ਕੁਝ ਸਵਾਲ ਆਮ ਆਦਮੀ ਪਾਰਟੀ ਨੇ ਉਠਾਏ ਵੀ ਸੀ ਕਿ ਸ਼ਾਇਦ ਉਹ ਅਮੈਂਡ ਕਰਤੇ ਜ਼ਰੂਰ ਬੀਜੇਪੀ ਨੇ ਕਿਸਾਨਾਂ ਨਾਲ ਮਿਲ ਕੇ, ਤਾਂ ਕਿ ਉਹ ਰਜਿਸਟ੍ਰੇਸ਼ਨ ਕਰਵਾ ਰਹੇ ਨੇ। ਹੁਣ ਇੱਕ ਹਫ਼ਤੇ ਦਾ ਨੋਟਿਸ ਰਹਿ ਗਿਆ, ਪਹਿਲਾਂ ਮਹੀਨਿਆਂ ਦਾ ਸੀ। ਉਹ ਖੈਰ ਇਲੈਕਸ਼ਨ ਕਮਿਸ਼ਨ ਨੇ ਕਲੀਅਰ ਕਰਤਾ ਸੀ ਕਿ ਇਹ ਤਾਂ 2019 ਤੋਂ ਅਮੈਂਡ ਹੁੰਦੇ ਆ ਰਹੇ ਨੇ, ਕੋਈ ਨਵੀਂ ਗੱਲ ਨਹੀਂ ਹੈ ਕਿ ਇਸ ਪੱਧਰ ਦੇ ਉੱਤੇ। ਜਦੋਂ ਉਹਨਾਂ ਦੇ ਕਾਗਜ਼ਾਂ 'ਚ ਨੁਕਸ ਕੱਢ ਦਿੱਤੇ ਗਏ, ਕਿਸਾਨ ਇਹ ਦਾਅਵਾ ਕਰਦੇ ਰਹੇ ਕਾਗਜ਼ 'ਚ ਕੋਈ ਨੁਕਸ ਨਹੀਂ ਹੈ, ਅਸੀਂ ਪੂਰੇ ਕਰਕੇ ਦੇ ਦਿੱਤੇ, ਦਸਤਖਤ ਹਰ ਇੱਕ ਦੇ ਕੀਤੇ ਹੋਏ ਸੀ। ਹਕੀਕਤ ਕੀ ਹੈ ਇਹ ਤਾਂ ਉਦੋਂ ਬਾਅਦ ਹੀ ਹੁਣ ਪਤਾ ਲੱਗੀ, ਜਾਂ ਤਾਂ ਦੋਨੋਂ ਧਿਰਾਂ ਦਾ ਕੋਈ ਗੱਲ ਸਾਹਮਣੇ ਆਏ। ਪਰ ਉਹ ਰਜਿਸਟ੍ਰੇਸ਼ਨ ਨਹੀਂ ਪ੍ਰੋਪਰ ਹੋ ਸਕੀ ਉਸ ਸਮਾਂ ਰਹਿੰਦੇ ਰਜਿਸਟ੍ਰੇਸ਼ਨ ਨਹੀਂ ਹੋ ਸਕੀ, ਤਾਂ ਇੱਕ ਬਹੁਤ ਵੱਡਾ ਲਾਸ ਹੋਰਾਂ ਗੱਲਾਂ ਦੇ ਨਾਲ ਦੀ ਨਾਲ ਇਹ ਵੀ ਹੋ ਗਿਆ। ਜੇ ਤੁਹਾਡੇ ਕੋਲ ਇੱਕ ਕਾਮਨ ਸਿੰਬਲ ਨਾ ਹੋਵੇ, ਤੁਹਾਡੇ ਕੈਂਡੀਡੇਟ ਲੜਦੇ ਹੋਣ, ਚੋਣ ਨਿਸ਼ਾਨ ਨਾ ਹੋਵੇ, ਕਿਉਂਕਿ ਸਾਡੇ ਦੇਸ਼ 'ਚ ਚੋਣ ਨਿਸ਼ਾਨ ਬਹੁਤ ਮਹੱਤਵ ਰੱਖਦਾ। ਪੜ੍ਹਾਈ ਲਿਖਾਈ ਦਾ ਲੈਵਲ ਉੱਡਾ ਨਹੀਂ ਹੈ ਹਜੇ ਕਿ ਲੋਕ ਨਾਮਾਤੇ ਬੰਦਿਆਂ ਦੇ 'ਤੇ ਵੋਟ ਪਾ ਦੇਣ। ਜੇ ਸਾਰੀ ਸੁਸਾਇਟੀ ਪੜ੍ਹੀ ਲਿਖੀ ਉਸ ਪੱਧਰ ਦੇ ਉੱਤੇ ਹੋਵੇ ਤਾਂ ਸ਼ਾਇਦ ਲੋੜ ਨਹੀਂ ਪੈਂਦੀ ਸਿੰਬਲਾਂ ਦੀ, ਫਿਰ ਬੰਦੇ ਨਾਮ ਦੇ ਤੌਰ 'ਤੇ ਲਿਖ ਕੇ ਵੋਟ ਪਾ ਦਿੰਦੇ ਨੇ। ਉਸ ਜਿਵੇਂ ਪਟਿਆਲੇ 'ਚ ਅੱਜ ਕੱਲ੍ਹ ਹੋ ਰਿਹਾ ਵੀ ਤੁਸੀਂ
ਕੈਪਟਨ ਨੂੰ ਵੋਟ ਹੱਥ ਤੇ ਨਹੀਂ ਪਾਉਣੀ, ਹਾਕੀ ਸਟਿਕ ਤੇ ਬਾਲ ਤੇ ਪਾਉਣੀ, ਤਾਂ ਕਿ ਲੋਕਾਂ 'ਚ ਕਨਫਿਊਜ਼ਨ ਨਾ ਰਹੇ। ਕਨਫਿਊਜ਼ਨ ਨਾ ਰਹੇ ਲੋਕਾਂ ਨੂੰ। ਬਹੁਤਿਆਂ ਨੂੰ ਤਾਂ ਇਹੀ ਪਤਾ ਲੱਗਦਾ ਹੁੰਦਾ ਜਿਹੜੇ ਹੁਣ ਅੱਖਾਂ ਬੰਦ ਕਰਕੇ ਉਹ ਉਸ 'ਤੇ ਸਿੰਬਲ ਜ਼ਿਆਦਾ ਹੈ। ਜਿਵੇਂ ਆਪ ਨੇ ਸਭ ਤੋਂ ਜ਼ਿਆਦਾ, ਜਾਂ ਕੇਜਰੀਵਾਲ ਇਕੱਲਾ ਤੇ ਜਾਂ ਝਾੜੂ, ਕੈਂਡੀਡੇਟ ਥੋੜ੍ਹੀ ਅਨਾਊਂਸ ਕਰਦਾ ਕੋਈ ਕੌਣ ਹੈ ਕੌਣ ਨਹੀਂ ਹੈ, ਕੋਈ ਨਹੀਂ ਪੁੱਛਦਾ। ਇਸੇ ਤਰ੍ਹਾਂ ਕਾਂਗਰਸ ਦਾ ਪੰਜਾ, ਇਸੇ ਤਰ੍ਹਾਂ ਤਕੜੀ ਅਕਾਲੀ ਦਲ ਦੀ, ਔਰ ਬੜੀ ਦੇਰ ਤੱਕ ਲੋਕ ਅਕਾਲੀ ਦਲ ਨੂੰ ਵੋਟਾਂ ਬਾਬੇ ਦੀ ਤਕੜੀ ਕਹਿ ਕੇ ਪੈਂਦੀਆਂ ਰਹੀਆਂ ਨੇ। ਕੋਈ ਇਕੱਲੀ ਇਹ ਨਹੀਂ ਸੀ, ਕਿਉਂਕਿ ਜਿਹੜੇ ਪੰਥਕ ਇਮੋਸ਼ਨ ਸੀਗੇ, ਜਜ਼ਬਾਤ ਉਸ ਪੱਧਰ ਦੇ ਉੱਤੇ ਪੈਂਦੀਆਂ ਨੇ। ਹੁਣ ਵੀ ਇੱਕ ਹਿੱਸਾ ਤਾਂ ਪਾਉਂਦਾ ਹੀ ਹੈ ਜਿਹੜੇ ਬੰਦੇ ਇਹ ਮਹਿਸੂਸ ਕਰਦੇ ਨੇ। ਇਸ ਲਈ ਸਿੰਬਲ ਦੀ ਇੰਪੋਰਟੈਂਸ ਹੈ। ਤਾਂ ਇਹਨਾਂ ਨੂੰ ਸਿੰਬਲ ਨਹੀਂ ਦਿੱਤਾ ਗਿਆ। ਉਹ ਆਜ਼ਾਦ, ਪਹਿਲਾਂ ਤਾਂ ਉਹ ਰਜਿਸਟਰ ਨਹੀਂ ਹੋਈ ਮੌਕੇ 'ਤੇ, ਬਾਅਦ ਦੇ ਵਿੱਚ ਨਾਮ ਰਜਿਸਟਰਡ ਹੁਣ ਹੋ ਗਿਆ ਕਹਿੰਦੇ ਨੇ, ਜਿਹੜਾ ਸਮਾਜ ਮੋਰਚੇ ਦਾ, ਸੰਯੁਕਤ ਸਮਾਜ ਮੋਰਚਾ। ਪਰ ਸਿੰਬਲ ਦੇ ਤੌਰ 'ਤੇ ਫਿਰ ਇਹਨਾਂ ਨੇ ਦੁਬਾਰਾ ਅਪਲਾਈ ਕੀਤਾ ਵੀ ਜੇ ਉਹ ਆਜ਼ਾਦ ਵੀ ਹਨ, ਸਾਡੇ ਬੰਦੇ ਸਾਰਿਆਂ ਨੇ ਆਜ਼ਾਦ ਦੇ ਤੌਰ 'ਤੇ ਭਰਿਆ, ਤਾਂ ਇਹਦੇ 'ਚ ਸਾਨੂੰ ਇੱਕ ਦੇ ਦਿਓ। ਔਰ ਮੈਨੂੰ ਇਹ ਲੱਗਦਾ ਇਹ ਰਵਾਇਤ ਵੀ ਹੈ ਪੁਰਾਣੀ। ਜਦੋਂ 89 ਦੇ ਵਿੱਚ, 1999 ਦੇ ਵਿੱਚ ਸਿਮਰਜੀਤ ਮਾਨ ਉਹਨਾਂ ਦਾ ਗਰੁੱਪ ਲੜੇ, ਉਹ ਵੀ ਕੋਈ ਰਜਿਸਟਰਡ ਪਾਰਟੀ ਨਹੀਂ ਸੀ ਉਸ ਲੈਵਲ 'ਤੇ, ਜਾਂ ਸਿੰਬਲ ਨਹੀਂ ਸੀ ਮਿਲਦਾ, ਪਰ ਉਹ ਲੋਕ ਸਭਾ ਦੇ ਵਿੱਚ ਉਹਨਾਂ ਨੂੰ ਇੱਕ ਕਾਮਨ ਸਿੰਬਲ ਦੇ ਦਿੱਤਾ। ਇਹਦੇ ਲਈ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਵੀ ਸੌਖਾ ਹੁੰਦਾ, ਜਿਨ੍ਹਾਂ ਨੇ ਵੋਟਾਂ ਪਵਾਉਣੀਆਂ ਨੇ ਉਹਨਾਂ ਨੂੰ ਵੀ ਸੌਖਾ ਹੁੰਦਾ। ਸਭ ਤੋਂ ਪਹਿਲਾਂ ਰਿਕੋਗਨਾਈਜ਼ਡ ਪਾਰਟੀਆਂ, ਫਿਰ ਰਜਿਸਟਰਡ ਪਾਰਟੀਆਂ, ਫਿਰ ਆਜ਼ਾਦ ਆ ਜਾਂਦੇ ਨੇ। ਹੁਣ ਕਿੱਥੇ ਤਾਂ 117 ਤੇ ਜਾਂ 100 ਤੋਂ ਵੱਧ ਸੀਟਾਂ ਦੇ ਉੱਤੇ ਸਮਾਜ ਮੋਰਚਾ ਲੜਦਾ, ਉਹਦੇ ਵੱਖ-ਵੱਖ ਸਿੰਬਲ ਆ ਜਾਣ, ਹਰ ਮਸ਼ੀਨ ਦੇ ਵਿੱਚੋਂ ਵੱਖ-ਵੱਖ ਹੀ ਲੈਣੇ ਪੈਣਗੇ। ਕਿੱਥੇ ਉਹ 117 ਵੀ ਜਾਂ ਜਿੰਨੇ ਵੀ 100 ਤੋਂ ਵੱਧ ਨੇ ਸਾਰੀਆਂ ਮਸ਼ੀਨਾਂ 'ਚ ਬੈਲਟ ਪੇਪਰ ਦੇ ਤੌਰ 'ਤੇ ਸਭ ਦਾ ਇਕੱਠਾ ਆ ਜਾਊਗਾ। ਉੱਥੇ ਉਹਨੂੰ ਵੀ ਆਸਾਨੀ ਹੁੰਦੀ ਹੈ ਅਤੇ ਇੱਥੇ ਇਹਨੂੰ ਵੀ। ਇਸੇ ਕਰਕੇ ਕਿਹਾ ਜਾ ਰਿਹਾ ਕਿ ਕਮਿਸ਼ਨ ਨੇ ਜਿਹੜਾ ਇਹਨਾਂ ਨੇ ਪਾਇਆ ਆਪੋ ਆਪਣੇ ਸੋਸ਼ਲ ਮੀਡੀਆ ਦੇ ਉੱਤੇ, ਕਿਸਾਨ ਆਗੂਆਂ ਨੇ ਜਿਹੜੇ ਉਮੀਦਵਾਰ ਖੜ੍ਹੇ ਨੇ, ਕਿ ਉਹਨਾਂ ਨੂੰ ਮੰਜਾ ਦੇ ਦਿੱਤਾ ਗਿਆ। ਮੰਜਾ ਜਿਹੜਾ ਇੱਕ ਪਿੰਡ ਦਾ ਸਿੰਬਲ ਦੇ ਤੌਰ 'ਤੇ ਵੀ ਆਮ ਲੋਕਾਂ ਦੇ ਉਹਦੇ 'ਤੇ, ਕੋਈ ਉਹਦੇ 'ਤੇ ਇਹ ਕਹਿੰਦਾ ਵੀ ਹੁਣ ਇਸ ਮੰਜੇ 'ਤੇ ਰੈਸਟ ਕਰੋ, ਕੋਈ ਕੁਛ ਕਹਿੰਦਾ। ਉਹਦੇ 'ਤੇ ਚੱਲ ਵੀ ਪਿਆ ਇੱਕ ਅੱਗੇ ਜਿਹੜੇ ਪ੍ਰਤੀਕਰਮ ਵੀ ਚੱਲ ਪਏ ਨੇ ਜਿਸ ਲੈਵਲ ਦੇ ਨੇ। ਪਰ ਠੀਕ ਹੈ, ਇੱਕ ਸਿੰਬਲ ਮਿਲਿਆ ਹੋਰਾਂ ਦੀ ਤਰ੍ਹਾਂ। ਔਰ ਇੱਕ ਚੰਗੀ ਗੱਲ ਹੈ ਕਿ ਜੇ ਸਾਰਿਆਂ ਦੇ ਕੈਂਡੀਡੇਟ ਇਕੱਠੇ ਨੇ ਤਾਂ ਇਹਨਾਂ ਦੇ ਵੀ ਕੈਂਡੀਡੇਟ ਇਕੱਠੇ ਉਸ ਲੈਵਲ 'ਤੇ। ਸ਼ਾਇਦ ਚਡੂਨੀ ਸਾਹਿਬ ਨੂੰ ਮਾੜਾ ਮੋਟਾ ਲੱਗਿਆ, ਚਡੂਨੀ ਸਾਹਿਬ ਜ਼ੋਰ ਲਾ ਰਹੇ ਸੀ ਮੇਰੀ ਪਾਰਟੀ ਵਾਲਾ ਹੀ ਲੈ ਲਓ, ਉਹ ਕੱਪ ਅਤੇ ਉਹਦੇ ਵਾਲਾ। ਸਾਡੇ ਇੱਕ ਸਿਸਟਮ ਹੋਰ ਹੈ ਫਿਰ ਅਜੇ ਤਾਂ ਇਹ ਪਾਰਟੀ, ਜੇ ਇੱਕ ਪਾਰਟੀ ਦਾ ਸਿੰਬਲ ਕਿਸੇ ਕੋਲ ਚਲਾ ਜਾਏ, ਦਲ ਬਦਲੀ ਵਿਰੋਧੀ ਕਾਨੂੰਨ ਇਹੋ ਜਿਹਾ ਵੀ ਉਹ ਪਾਰਟੀ ਦਾ ਹੀ ਮੰਨਿਆ ਜਾਏਗਾ, ਉਹਦੇ ਹੀ ਅੰਡਰ ਕਬਜ਼ੇ 'ਚ ਆ ਜਾਏਗਾ ਬੰਦਾ। ਜਿਵੇਂ ਤੁਹਾਡੇ ਯਾਦ ਹੋਣਾ ਕਿ ਉੱਥੇ ਦਿੱਲੀ ਦੇ ਵਿੱਚ ਅਕਾਲੀਆਂ ਦੇ ਕਈ ਕੈਂਡੀਡੇਟ ਬੀਜੇਪੀ 'ਤੇ ਲੜਦੇ ਰਹੇ। ਸਿਰਸਾ ਜਿਹੜਾ ਹੁਣ ਬੀਜੇਪੀ 'ਚ ਗਿਆ, ਬੀਜੇਪੀ ਦੇ ਸਿੰਬਲ 'ਤੇ MLA ਸੀ। ਪੋਲੀਟੀਕਲੀ ਤੁਸੀਂ ਆਰਡਰ ਮੰਨੋਗੇ ਉਸ ਆਪਦੇ ਬੌਸ ਦਾ ਜਿਹੜਾ ਪੋਲੀਟੀਕਲ ਹੈ, ਬਾਕੀ ਜਿੱਥੇ ਮਰਜ਼ੀ ਕਹਿੰਦੇ ਰਹੋ। ਹੁਣ ਉਹ ਆਜ਼ਾਦ ਬੰਦਾ ਨਹੀਂ ਹੁੰਦਾ ਜਿਹੜਾ ਬੰਦਾ ਪੋਲੀਟੀਕਲੀ ਕਿਸੇ ਪਾਰਟੀ ਦੇ ਸਿੰਬਲ 'ਤੇ ਲੜਦਾ। ਸ਼ਾਇਦ ਇਹ ਗੁਰੇਜ਼ ਵੀ ਕਰਦੇ ਹੋਣਗੇ ਵੀ ਫਿਰ ਜਿਹੜੀ ਇਹਨਾਂ ਨੇ ਪਾਰਟੀ ਬਣਾਈ ਹੈ, ਜਿਹਦਾ ਪ੍ਰਧਾਨ ਰਾਜੇ ਬਣ ਜਾ, ਬਾਕੀ ਫਿਰ ਉਹਦੀ ਥੋੜ੍ਹੀ ਚੱਲਣੀ ਆ ਦਸਤਖਤ ਤਾਂ ਜਿਹਦੇ ਨਾਂ 'ਤੇ ਤੁਸੀਂ ਕਰਦੇ ਹੋ ਫਿਰ ਉਹਦੇ ਚੱਲਣੇ ਨਾ ਪ੍ਰੈਕਟੀਕਲੀ। ਉਸ ਕਰਕੇ ਸ਼ਾਇਦ ਕਿਸੇ ਦਾ ਸਿੰਬਲ ਇਹ ਨਾ ਲੈਂਦੇ ਹੋਣ ਹੋਰ ਜਿਹੜੀਆਂ ਗਰੁੱਪ ਨੇ, ਜਾਂ ਤਾਂ ਉਹ ਬੰਦੇ ਨੂੰ ਦੇ ਦਿੰਦਾ, ਜਿਵੇਂ ਮਨਪ੍ਰੀਤ ਬਾਦਲ ਦੇ ਵੇਲੇ ਹੋਇਆ ਸੀ। ਇਹ ਪੀਪਲਜ਼ ਪਾਰਟੀ ਜਿਹੜੀ ਹੈ, ਪੰਜਾਬ ਪੀਪਲਜ਼ ਪਾਰਟੀ, ਇਹ ਪ੍ਰੋਫੈਸਰ ਜੌਹਰ ਹੋਣਾ ਨੇ ਜਾਂ ਕਿਸੇ ਹੋਰ ਇੱਕ ਸੱਜਣ ਨੇ ਰਜਿਸਟਰਡ ਪਹਿਲਾਂ ਕਰਾਈ ਹੋਈ ਸੀ। ਜਦ ਉਹਨਾਂ ਨੂੰ ਲੱਗਿਆ ਕੋਈ ਆ ਰਿਹਾ, ਉਹਨਾਂ ਨੂੰ ਇਹ ਦੇਤੀ ਵੀ ਲੈ ਤੁਸੀਂ ਚਾਹੇ ਨਾਮ ਤਬਦੀਲ ਕਰਾ ਲਓ ਆਪਣੇ, ਪਰ ਇਹ ਰਜਿਸਟਰਡ ਪਾਰਟੀ ਹੈ, ਪ੍ਰਧਾਨ ਸੈਕਟਰੀ ਜੋ ਵੀ ਬਦਲਣੇ ਬਦਲ, ਤੁਹਾਨੂੰ ਦੇਤੀ ਅਸੀਂ। ਜਾਂ ਕੋਈ ਉਹੋ ਜਿਹੀ ਪਾਰਟੀ ਜਾਂ ਉਸ ਲੈਵਲ ਦੀ ਕੋਈ ਗੱਲ ਹੁੰਦਾ। ਮੈਨੂੰ ਲੱਗਦਾ ਕਿਸਾਨ ਲੀਡਰ ਥੋੜ੍ਹਾ ਜਿਹਾ ਇਹ ਵੀ ਚਾਹੁੰਦੇ ਸੀ ਕਿ ਕਿਸੇ ਹੋਰ ਤੀਜੀ ਪਾਰਟੀ ਦੇ ਨਾਂ ਦੀ ਬਜਾਏ ਕਿਸਾਨ ਅੰਦੋਲਨ ਨਾਲ ਜੁੜਿਆ ਹੋਇਆ ਨਾਮ ਰਹੇ, ਤਾਂ ਕਿ ਲੋਕਾਂ ਦੇ ਜ਼ਿਹਨ ਦੇ ਵਿੱਚ ਇੱਕ ਐਸਲਾ ਬੰਦਾ ਰਹੇ। ਜੇ ਉਹ SKM ਹੈ, SSM ਹੋ ਗਿਆ, ਥੋੜ੍ਹਾ ਜਿਹਾ ਤਾਂ ਫਰਕ ਪੈਂਦਾ ਹੀ ਹੈ ਨਾ। ਇਸੇ ਕਰਕੇ SKM 'ਚ ਜਿਹੜੇ ਚੋਣਾਂ ਨਹੀਂ ਲੜ ਰਹੇ ਉਹ ਕਹਿ ਵੀ ਰਹੇ ਨੇ ਵੀ ਤੁਸੀਂ ਸਾਡਾ ਨਾਮ ਵਰਤ ਰਹੇ ਹੋ, ਜਾਂ ਨਾਮ ਬੜੀ ਵਾਰ ਇਹ ਹੋ ਜਾਂਦਾ ਹੈ ਲਗਭਗ ਨੇੜੇ ਤੇੜੇ ਦਾ ਨਾਮ ਰੱਖ ਕੇ, ਜੇ ਕੋਈ ਫਾਇਦਾ ਹੁੰਦਾ ਜਾਂ ਨੁਕਸਾਨ ਹੁੰਦਾ, ਇਹ ਲੋਕ ਕਰਦੇ ਨੇ ਉਸ ਪੱਧਰ ਦੇ ਉੱਤੇ। ਸਾਡੇ ਤਾਂ ਹੁਣ ਆਹ ਗੇਮ ਆਊਗੀ, ਕਿੰਨੇ ਕੈਂਡੀਡੇਟ ਉਹ ਵੀ ਖੜ੍ਹੇ ਕਰਦੇ ਨੇ ਵੀ ਇੱਕੋ ਨਾਮ ਦੇ ਦੂਜੀਆਂ ਪਾਰਟੀਆਂ ਖੜ੍ਹੇ ਪ੍ਰਭਾਵਦੀਆਂ ਨੇ ਆਜ਼ਾਦ, ਤਾਂ ਕਿ ਨਾਮ ਦਾ ਭੁਲੇਖਾ ਪੈ ਜੇ। ਪਰ ਮੈਨੂੰ ਲੱਗਦਾ ਇਹਦਾ ਵੱਡਾ ਅਸਰ ਪੈਂਦਾ ਨਹੀਂ, ਲੋਕ ਨਾ ਦੇਖ ਕੇ ਹੀ ਵੋਟ ਪਾਉਂਦੇ ਨੇ। ਉਹਨੇ ਇੱਕ ਸਿੰਬਲਾਂ ਨੂੰ ਦੇਖ ਲੈਂਦੇ ਨੇ, ਬਹੁਤ ਜ਼ਿਆਦਾ ਐ ਨਹੀਂ ਸੁਣਿਆ ਕਦੇ ਕਿ ਆਹ ਨਾਮ ਵਾਲਾ ਬਰਾਬਰ ਦਾ ਸੀ, ਇਹ 'ਚ ਭੁਲੇਖਾ ਪੈ ਕੇ ਉਹਨੂੰ 10,000 ਵੋਟ ਪੈ ਗਈਆਂ ਹੋਣਗੀਆਂ 2 4 5 10 ਕਦੇ 150 ਉਸ ਲੈਵਲ ਦੀ। ਇਸ ਕਰਕੇ ਇਹ ਜਿਹੜਾ ਸਾਰਾ ਸਵਾਲ ਹੈ, ਔਰ ਇਹਦੇ ਨਾਲ ਇਹ ਜ਼ਰੂਰ ਹੈ ਕਿ ਪਾਰਲੀਮੈਂਟ ਮੁੜ ਚੱਲਣ ਦੇ ਨਾਲ, ਇਹ SKM ਦੇ ਵੱਲੋਂ ਵੋਟ ਦੀ ਚੋਟ ਦੁਬਾਰਾ ਕਹਿਣ ਦੇ ਨਾਲ, ਕਿਤੇ ਨਾ ਕਿਤੇ ਕਿਸਾਨੀ ਏਜੰਡਾ ਦੁਬਾਰਾ ਉਸ ਬਿਰਤਾਂਤ ਦਾ ਹਿੱਸਾ ਬਣ ਜਾਊਗਾ, ਪੋਲੀਟੀਕਲ ਬਿਰਤਾਂਤ ਦਾ, ਜਿਹੜਾ ਪਹਿਲਾਂ ਨਿਕਲ ਗਿਆ ਲੱਗਦਾ ਸੀ, ਜਿਹਦੇ 'ਚ ਸਾਰੀਆਂ ਪਾਰਟੀਆਂ ਆਪਣੇ ਹੀ ਹੋਰ ਧੰਦਿਆਂ 'ਚ ਲੱਗ ਗਈਆਂ। ਮੈਂ ਆਹ ਐਲਾਨ ਕਰੂੰ, ਮੈਂ ਆਹ ਐਲਾਨ ਕਰੂੰ। ਜੇ ਸਾਰੀਆਂ ਧਿਰਾਂ ਚੋਣਾਂ ਲੜਨ ਵਾਲੀਆਂ ਜਾਂ ਚੋਣਾਂ ਨਾ ਲੜਨ ਵਾਲੀਆਂ ਆਪਣੀਆਂ ਮੰਗਾਂ ਮਸਲਿਆਂ ਨੂੰ ਐਵੇਂ ਲਗਾਤਾਰ ਉਭਾਰਦੀਆਂ ਰਹਿਣਗੀਆਂ,
ਤਾਂ ਕਿਸਾਨ ਮਜ਼ਦੂਰ ਤੇ ਪੇਂਡੂ ਅਰਥ ਵਿਵਸਥਾ ਦਾ ਜਿਹੜਾ ਮੁੱਦਾ ਹੈ ਉਹ ਮੇਰੇ ਖਿਆਲ ਹੈ ਨੈਰੇਟਿਵ ਦੇ ਤੌਰ ਤੇ ਪੋਲੀਟੀਕਲ ਸੈਂਟਰ ਸਟੇਜ ਦਾ ਹਿੱਸਾ ਬਣਿਆ ਰਹੇਗਾ। ਜੇ ਉਹ ਬਣਿਆ ਰਹਿੰਦਾ ਹੈ, ਤਾਂ ਹੀ ਕੋਈ ਕੁਝ ਉਹਦਾ ਉਪਾਅ ਹੋਏਗਾ। ਜੇ ਉਹ ਨਹੀਂ ਬਣਿਆ ਰਹਿੰਦਾ, ਇਹ 'ਚੋਂ ਬਾਹਰ ਹੋ ਜਾਂਦਾ ਪਬਲਿਕ ਡੋਮੇਨ ਦੇ ਵਿੱਚੋਂ, ਪਬਲਿਕ ਦੇ ਦਾਇਰੇ ਦੇ ਵਿੱਚੋਂ ਗੱਲਬਾਤ ਦੇ ਵਿੱਚ, ਫਿਰ ਨਹੀਂ ਸ਼ਾਇਦ ਫਿਰ ਆਟੋਮੈਟਿਕਲੀ ਤੁਸੀਂ ਦਰਕਨਾਰ ਹੋ ਜਾਂਦੇ ਹੋ, ਨਜ਼ਰਅੰਦਾਜ਼ ਹੋ ਜਾਂਦੇ ਹੋ, ਤੁਹਾਡੀ ਗੱਲ ਦੀ ਸੁਣਵਾਈ ਘਟ ਜਾਂਦੀ ਹੈ। ਇਹ ਹੁਣ ਸਾਰਿਆਂ 'ਤੇ ਨਿਰਭਰ ਕਰੂਗਾ ਕਿ ਅਗਲੇ ਜਿਹੜੇ 10 ਥੋੜ੍ਹੇ ਦਿਨ ਨੇ, ਯੂਪੀ 'ਚ ਜ਼ਿਆਦਾ ਦਿਨ ਨੇ, ਪੰਜਾਬ 'ਚ ਤਾਂ ਦੂਜਾ ਪੜਾਅ ਹੀ ਹੈ, ਯੂਪੀ 'ਚ ਪਹਿਲਾ ਪੜਾਅ 10 ਫਰਵਰੀ ਨੂੰ ਪੈ ਰਿਹਾ, ਅਤੇ ਉਹ ਵੀ ਪੱਛਮੀ ਯੂਪੀ ਜਿੱਥੇ ਕਿਸਾਨੀ ਜ਼ਿਆਦਾ ਹੈ, ਉਸ ਏਰੀਏ 'ਚ ਜ਼ਿਆਦਾ ਉਹ ਹੋ ਰਿਹਾ। ਔਰ ਲਾਸਟ ਤੱਕ ਕਿੰਨਾ ਕੁ ਅਸਰ ਇਹਦਾ ਹੁੰਦਾ ਹੈ, ਅਤੇ ਉਹ ਵੋਟਾਂ ਦੇ ਨਤੀਜਿਆਂ ਤੋਂ ਬਾਅਦ ਆਏਗਾ, ਪਰ ਉਦੋਂ ਤੱਕ ਇਹ ਚਰਚਾ 'ਚ ਜ਼ਰੂਰ ਰਹੇਗੀ। ਕਿਸਾਨੀ ਨੂੰ ਹੁਣ ਮਾਈਨਸ ਨਹੀਂ ਮੇਰਾ ਖਿਆਲ ਕੀਤਾ ਜਾ ਸਕਦਾ ਇਸ ਟੋਟਲ ਵਰਤਾਂਤ 'ਚੋਂ। ਬਹੁਤ ਬਹੁਤ ਸ਼ੁਕਰੀਆ ਅਮੀਰ ਜੀ। ਅੱਜ ਵੇਲੇ ਦੀ ਗੱਲ ਸਮਾਪਤ ਕਰਨ ਦੀ ਨਰਿੰਦਰ ਸਿੰਘ ਨੂੰ ਇਜਾਜ਼ਤ ਦਿਓ। ਧੰਨਵਾਦ।